ਇਕੁਏਸ਼ਨ ਆਫ ਏ ਟਰਾਂਸਫਾਰਮਰ। ਇਸ ਲੈਕਚਰ ਦੇ ਵਿੱਚ ਅਸੀਂ EMF ਇਕੁਏਸ਼ਨ ਆਫ ਏ ਟਰਾਂਸਫਾਰਮਰ ਡਰਾਈਵ ਕਰਾਂਗੇ। ਤਾਂ ਇਹਦੇ ਵਿੱਚ ਕੀ ਹੈ, ਸਾਡੇ ਕੋਲੇ ਇੱਕ ਇਹ ਟਰਾਂਸਫਾਰਮਰ ਹੈ, ਸਟੈਪ ਅਪ ਟਰਾਂਸਫਾਰਮਰ, ਜਿਹਦੇ ਵਿੱਚ ਨੰਬਰ ਆਫ ਟਰਨਸ ਆਫ ਸੈਕੰਡਰੀ ਵਾइंडिंग ਕੀ ਹੈ, ਮੋਰ ਹੈ, ਗ੍ਰੇਟਰ ਹੈ ਦੈਨ ਪ੍ਰਾਇਮਰੀ ਟਰਨਸ। ਇੱਥੇ ਅਸੀਂ ਵੋਲਟੇਜ V1 ਅਪਲਾਈ ਕੀਤੀ ਹੈ। V1 ਇਜ਼ ਦਾ ਅਪਲਾਈਡ ਵੋਲਟੇਜ। ਜਦੋਂ ਅਸੀਂ ਵੋਲਟੇਜ V1 ਅਪਲਾਈ ਕਰਦੇ ਹਾਂ ਤਾਂ ਪ੍ਰਾਇਮਰੀ ਵਾइंडिंग ਦੇ ਵਿੱਚੋਂ ਕਿਹੜਾ ਕਰੰਟ ਫਲੋ ਹੋਣਾ ਸ਼ੁਰੂ ਹੋ ਜਾਂਦਾ, I1 ਕਰੰਟ ਫਲੋ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਹਦੇ ਨਾਲ ਕੋਰ ਦੇ ਵਿੱਚ ਕੀ ਹੈ, ਫਲਕਸ ਫਾਈ ਪ੍ਰੋਡਿਊਸ ਹੋ ਜਾਂਦਾ। ਇਹ ਫਲਕਸ ਫਾਈ ਪ੍ਰੋਡਿਊਸ ਹੋਣ ਦੇ ਨਾਲ ਪ੍ਰਾਇਮਰੀ ਵਾइंडिंग ਦੇ ਵਿੱਚ ਕੀ ਹੈ, EMF ਇੰਡਿਊਸ ਹੋ ਜਾਂਦੀ ਹੈ E1। ਜਿਹੜਾ ਇਹ ਫਲਕਸ ਹੈ ਕੋਰ ਦੇ ਥਰੂ ਇਸ ਤਰ੍ਹਾਂ ਕਰਕੇ ਕੋਰ ਦੇ ਥਰੂ ਸੈਕੰਡਰੀ ਵਾइंडिंग ਨਾਲ ਵੀ ਲਿੰਕ ਕਰ ਜਾਂਦਾ। ਤਾਂ ਸੈਕੰਡਰੀ ਵਾइंडिंग ਦੇ ਵਿੱਚ ਵੀ EMF ਪ੍ਰੋਡਿਊਸ ਹੋ ਜਾਂਦੀ ਹੈ। ਜੋ EMF ਪ੍ਰੋਡਿਊਸ ਹੁੰਦੀ ਹੈ, EMF ਪ੍ਰੋਡਿਊਸਡ ਇਨ ਸੈਕੰਡਰੀ ਵਾइंडिंग ਇਜ਼ E2। ਜਦੋਂ ਅਸੀਂ ਇਹਨੂੰ ਲੋਡ ਅਪਲਾਈ ਕਰ ਦਿੰਦੇ ਹਾਂ ZL, ਤਾਂ ਵਾइंडिंग ਦੇ ਵਿੱਚੋਂ ਕੀ ਹੈ, ਕਰੰਟ ਫਲੋ ਹੋਣਾ ਸ਼ੁਰੂ ਹੋ ਜਾਂਦਾ I2। ਤੇ ਜਿਹੜੀ ਲੋਡ ਦੇ ਅਕ੍ਰੋਸ ਵੋਲਟੇਜ ਅਸੀਂ ਮੰਨੀ ਹੈ V2। ਪ੍ਰਾਇਮਰੀ ਦੀਆਂ ਨੰਬਰ ਆਫ ਟਰਨਸ ਕਿੰਨੀਆਂ ਮੰਨੀਆਂ ਅਸੀਂ N1 ਤੇ ਸੈਕੰਡਰੀ ਦੀਆਂ ਨੰਬਰ ਆਫ ਟਰਨਸ ਕਿੰਨੀਆਂ ਮੰਨੀਆਂ N2। V1 ਕੀ ਹੈ, ਸਾਡੀ ਅਪਲਾਈਡ ਵੋਲਟੇਜ ਹੈ, ਜਿਹਦੀ ਫ੍ਰੀਕੁਐਂਸੀ ਹੈਗੀ ਹੈ F ਮੀਨਸ 50 ਹਰਟਸ। ਤਾਂ ਜਦੋਂ ਅਸੀਂ ਵੋਲਟੇਜ ਅਪਲਾਈ ਕਰਦੇ ਹਾਂ ਤਾਂ ਇਹਦੇ ਚੋਂ ਕਰੰਟ ਫਲੋ ਕਰਦਾ, ਟਾਈਮ ਵੇਅਰਿੰਗ ਕਰੰਟ। ਟਾਈਮ ਵੇਅਰਿੰਗ ਕਰੰਟ ਦੇ ਨਾਲ ਕੀ ਹੈ, ਪ੍ਰਾਇਮਰੀ ਵਾइंडिंग ਦੇ ਨਾਲ ਫਲਕਸ ਲਿੰਕ ਹੋ ਜਾਂਦਾ। ਮੰਨ ਲਓ ਜਿਹੜਾ ਫਲਕਸ ਲਿੰਕ ਕਰਦਾ ਕੋਰ ਦੇ ਨਾਲ, ਫਾਈ ਇਜ਼ ਇਕਲ ਟੂ ਫਾਈ ਐਮ ਸਾਈਨ ਓਮੇਗਾ ਟੀ। ਫਾਈ ਇਜ਼ ਇਕਲ ਟੂ ਫਾਈ ਐਮ। ਫਾਈ ਐਮ ਇਜ਼ ਦਾ ਮੈਕਸਿਮਮ ਵੈਲਿਊ ਆਫ ਫਲਕਸ ਸਾਈਨ ਓਮੇਗਾ ਟੀ। Then according to Faraday's law of electromagnetic induction, EMF induced in primary winding, EMF induced in any coil is equal to rate of change of magnetic flux N into d phi over dt। Rate of change of magnetic flux ਨੂੰ number of turns ਦੇ ਨਾਲ multiply ਕਰ ਦਈਏ ਤਾਂ ਇਹ ਕਿਸੇ coil ਦੇ ਵਿੱਚ EMF induce ਹੁੰਦੀ ਹੈ। ਇੱਕ ਲੈਂਜਸ ਲਾਇਆ, ਜਿਹੜਾ ਲੈਂਜਸ ਲਾ ਇਸ EMF ਜੋ ਇੰਡਿਊਸ ਹੋਈ ਹੈ ਉਹਦੀ ਡਾਇਰੈਕਸ਼ਨ ਨੂੰ ਦੱਸਦਾ। ਜਿਹੜੀ ਇਹਦੀ ਡਾਇਰੈਕਸ਼ਨ ਹੈਗੀ ਹੈ EMF ਇੰਡਿਊਸ ਹੁੰਦੀ ਹੈ, ਜਿਹੜੀ ਉਹਨੂੰ ਪ੍ਰੋਡਿਊਸ ਕਰਨ ਵਾਲੇ ਦੇ ਕੀ ਹੈ, ਆਪੋਜਿਟ ਹੁੰਦੀ ਹੈ। ਸੋ EMF ਇੰਡਿਊਸਡ ਐਜ਼ ਪਰ ਲੈਂਜਸ ਲਾ ਕਿੰਨੀ ਹੋ ਜਾਏਗੀ, -N into d phi over dt। ਇਸ ਕਰਕੇ ਇੱਥੇ ਨੈਗੇਟਿਵ ਸਾਈਨ ਆ ਗਿਆ ਐਜ਼ ਪਰ ਲੈਂਜਸ ਲਾ, ਕਿਉਂਕਿ EMF ਇੰਡਿਊਸਡ ਕੀ ਹੈ, ਨੈਗੇਟਿਵ। ਜਿਹੜਾ ਇਹਨੂੰ ਪ੍ਰੋਡਿਊਸ ਕਰਦਾ ਉਹਦੀ ਕੀ ਹੈ, ਆਪੋਜ਼ਿਟ ਹੁੰਦੀ ਹੈ। ਦੈਨ ਸੋ EMF ਇੰਡਿਊਸਡ ਇਨ ਪ੍ਰਾਇਮਰੀ ਵਾइंडिंग ਦੇ ਵਿੱਚ ਕਿੰਨੀ EMF ਇੰਡਿਊਸ ਹੋਏਗੀ, E1। ਉਹ ਕਿਹਦੇ ਬਰਾਬਰ ਹੋਏਗੀ, -N1 ਦੀਆਂ ਉਹਦੀਆਂ ਨੰਬਰ ਆਫ ਟਰਨਸ ਨਾਲ ਮਲਟੀਪਲਾਈ ਕਰ ਦਿਓ ਇੰਟੂ d phi over dt। ਹੁਣ ਫਾਈ ਦੀ ਵੈਲਿਊ ਇੱਥੇ ਪੁੱਟ ਕਰ ਦਿਓ। ਫਾਈ ਦੀ ਵੈਲਿਊ ਕਿੰਨੀ ਸੀ, ਫਾਈ ਇਜ਼ ਇਕਲ ਟੂ ਸੀਗਾ ਸਾਡਾ ਫਾਈ ਐਮ ਸਾਈਨ ਓਮੇਗਾ ਟੀ। ਇਹ ਵੈਲਿਊ ਇੱਥੇ ਕੀ ਹੈ, ਫਾਈ ਦੀ ਵੈਲਿਊ ਇੱਥੇ ਪੁੱਟ ਕਰ ਦਿਓ। ਫਾਈ ਦੀ ਜਗ੍ਹਾ ਤੇ ਫਾਈ ਐਮ ਸਾਈਨ ਓਮੇਗਾ ਟੀ। N1 ਉਵੇਂ ਲਿਖ ਲਿਆ, dy dt ਉਵੇਂ ਲਿਖਤਾ, ਫਾਈ ਦੀ ਥਾਂ ਤੇ ਲਿਖਤਾ ਫਾਈ ਐਮ ਸਾਈਨ ਓਮੇਗਾ ਟੀ। ਫਾਈ ਐਮ ਕੀ ਹੈ, ਕੌਨਸਟੈਂਟ ਹੈ, ਬਾਹਰ ਆ ਗਿਆ। ਸਾਈਨ ਓਮੇਗਾ ਟੀ ਦਾ ਡੈਰੀਵੇਟਿਵ ਕੀ ਹੋ ਗਿਆ, cos ਓਮੇਗਾ ਟੀ ਇੰਟੂ ਓਮੇਗਾ ਟੀ ਦਾ ਡੈਰੀਵੇਟਿਵ ਕਿੰਨਾ ਹੋ ਗਿਆ, ਓਮੇਗਾ। ਸੋ -N1 ਫਾਈ ਐਮ ਓਮੇਗਾ cos ਓਮੇਗਾ ਟੀ। ਅੱਗੇ ਕੀ ਹੈ, ਇਹਦਾ ਜਿਹੜਾ ਨੈਗੇਟਿਵ ਸਾਈਨ ਸੀਗਾ ਅੱਗੇ, ਉਹ ਅਸੀਂ cos ਦੇ ਅੱਗੇ ਲੈ ਗਏ। ਜਿਹੜਾ ਨੈਗੇਟਿਵ ਸਾਈਨ ਸੀ ਮੂਹਰੇ, ਉਹ ਅਸੀਂ ਕਿਹਦੇ ਅੱਗੇ ਲੈ ਗਏ, cos ਦੇ ਅੱਗੇ ਲੈ ਗਏ, ਕਿਉਂਕਿ ਅਸੀਂ ਇਸ ਨੈਗੇਟਿਵ ਸਾਈਨ ਨੂੰ ਐਡਜਸਟ ਕਰਾਂਗੇ। ਇਸ ਤੋਂ ਬਾਅਦ ਕੀ ਹੈ, ਸਾਨੂੰ ਪਤਾ ਹੈ ਜਿਹੜਾ ਸਾਈਨ 90 ਮਾਈਨਸ ਥੀਟਾ ਇਜ਼ ਇਕਲ ਟੂ ਹੁੰਦਾ cos ਥੀਟਾ, ਤੇ ਜਿਹੜਾ ਸਾਈਨ ਥੀਟਾ -90 ਹੁੰਦਾ ਮਾਈਨਸ cos ਥੀਟਾ। ਤਾਂ -cos ਓਮੇਗਾ ਟੀ ਦੀ ਥਾਂ ਤੇ ਲਿਖਤਾ ਅਸੀਂ ਸਾਈਨ ਓਮੇਗਾ ਟੀ -90। N1 ਅਸੀਂ ਉਵੇਂ ਲਿਖਤਾ, ਫਾਈ ਐਮ ਉਵੇਂ ਲਿਖਤਾ, ਓਮੇਗਾ ਉਵੇਂ ਲਿਖਤਾ। -cos ਓਮੇਗਾ ਟੀ ਦੀ ਥਾਂ ਤੇ ਅਸੀਂ ਕੀ ਲਿਖਤਾ, ਸਾਈਨ ਓਮੇਗਾ ਟੀ -90। ਦੈਨ ਇਹਦੀ ਮੈਕਸਿਮਮ ਵੈਲਿਊ, ਸਾਈਨ ਦੀ ਜਿਹੜੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ, 1 ਹੁੰਦੀ ਹੈ।
ਤਾਂ ਜਿਹੜੀ EMF ਦੀ ਮੈਕਸਿਮਮ ਵੈਲਿਊ ਕਿੰਨੀ ਹੋਗੀ N1 ਇੰਟੂ ਫਾਈ ਐਮ ਇੰਟੂ ਓਮੇਗਾ, N1 ਇੰਟੂ ਫਾਈ ਐਮ ਇੰਟੂ ਓਮੇਗਾ, ਸਾਈਨ ਦੀ ਮੈਕਸਿਮਮ ਵੈਲਿਊ ਕਿੰਨੀ ਹੋਗੀ 1 ਹੋਗੀ। ਦੈਨ ਇਹਦੀ RMS ਵੈਲਿਊ ਕਿਵੇਂ ਕੈਲਕੂਲੇਟ ਕਰਦੇ ਹਾਂ ਅਸੀਂ, ਮੈਕਸਿਮਮ ਵੈਲਿਊ ਨੂੰ ਜੇਕਰ √2 ਨਾਲ ਡਿਵਾਈਡ ਕਰ ਦਈਏ ਤਾਂ ਕੀ ਆ ਜਾਂਦੀ ਹੈ ਸਾਡੀ ਰੂਟ ਮੀਨ ਸਕੇਅਰ ਵੈਲਿਊ। ਤਾਂ ਮੈਕਸਿਮਮ ਵੈਲਿਊ ਨੂੰ ਅਸੀਂ √2 ਨਾਲ ਡਿਵਾਈਡ ਕਰਤਾ ਤਾਂ ਸਾਡੀ ਆ ਗਈ ਰੂਟ ਮੀਨ ਸਕੇਅਰ ਵੈਲਿਊ। ਅਸੀਂ ਇਹ ਤੋਂ ਬਾਅਦ ਕੀ ਹੈ 2π ਦੀ ਵੈਲਿਊ ਪੁੱਟ ਕਰਤੀ 3.14, N1 ਅਸੀਂ ਉਵੇਂ ਰੱਖਿਆ, ਫਾਈ ਐਮ ਉਵੇਂ ਰੱਖਿਆ, ਫ੍ਰੀਕੁਐਂਸੀ ਉਵੇਂ ਲਿਖ ਲਈ, √2 ਦੀ ਵੈਲਿਊ ਹੁੰਦੀ ਹੈ 1.414, ਇਹ ਪੁੱਟ ਕਰਤੀ। ਇਹ ਵੈਲਿਊ ਪੁੱਟ ਕਰਨ ਤੋਂ ਬਾਅਦ ਅਸੀਂ ਜਦੋਂ ਕੈਲਕੂਲੇਟ ਕੀਤਾ ਤਾਂ ERMS ਜਿਹੜੀ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਜਿਹੜੀ EMF ਪ੍ਰੋਡਿਊਸ ਹੋਈ ਉਹਦਾ ਐਕਸਪ੍ਰੈਸ਼ਨ ਆ ਗਿਆ 4.44 N1F ਇੰਟੂ ਫਾਈ ਐਮ, ਜਿੱਥੇ N1 ਕੀ ਹੈ ਨੰਬਰ ਆਫ ਟਰਨਸ ਇਨ ਪ੍ਰਾਇਮਰੀ ਵਾਈਂਡਿੰਗ, F ਕੀ ਹੈ ਫ੍ਰੀਕੁਐਂਸੀ ਆਫ ਅਪਲਾਈਡ ਵੋਲਟੇਜ, FM ਕੀ ਹੈ FM ਹੈਗਾ ਸਾਡੀ ਮੈਕਸਿਮਮ ਵੈਲਿਊ ਆਫ ਮੈਗਨੈਟਿਕ ਫਲਕਸ। ਤੇ ਇਸੇ ਮੈਥਡ ਦੇ ਨਾਲ ਅਸੀਂ ਸੈਕੰਡਰੀ ਵਾਈਂਡਿੰਗ ਦੇ ਵਿੱਚ EMF ਇੰਡਿਊਸਡ ਦਾ ਫਾਰਮੂਲਾ ਬਣਾ ਸਕਦੇ ਹਾਂ। ਤਾਂ ਉੱਥੇ ਕੀ ਆ ਜਾਊਗਾ E2 ਆ ਜਾਣਾ, ਇੱਥੇ E2 -N2 ਇੰਟੂ d∅/dt, ਇੱਥੇ N2 ਆ ਜਾਣਾ d∅/dt, ਫਾਈ ਦੀ ਵੈਲਿਊ ਉਵੇਂ ਹੀ ਪੁੱਟ ਕਰਤੀ ਫਾਈ ਐਮ ਸਾਈਨ ਓਮੇਗਾ ਟੀ, ਇੱਥੇ N1 ਦੀ ਥਾਂ ਤੇ N2 ਆ ਜਾਊਗਾ, ਬਾਕੀ ਸੇਮ E1 ਦੀ ਥਾਂ ਤੇ E2, N1 ਦੀ ਥਾਂ ਤੇ N2 ਸੇਮ, ਬਾਕੀ ਸੇਮ ਚੱਲਦਾ ਰਹੇਗਾ। ਤਾਂ ਇਸ ਤਰ੍ਹਾਂ ਕਰਕੇ ਜਿਹੜੀ ERMS2 ਜੋ ਆ ਜਾਏਗੀ 4.44 N2 F phi m. These are the equations for EMF generated in primary and secondary winding of a transformer. ਜੇਕਰ ਅਸੀਂ ਫਲਕਸ ਜਿਹੜਾ ਫਲਕਸ ਹੈ ਇਹ ਫਲਕਸ ਹੈ ਤੁਹਾਡਾ, ਤੇ ਇੰਡਿਊਸਡ EMF ਦਾ ਫਾਰਮੂਲਾ ਹੈਗਾ E1 sin ωt। ਇਹਦੇ ਵਿੱਚ ਅਸੀਂ ਫੇਜ਼ ਐਂਗਲ ਦਾ ਰਿਲੇਸ਼ਨਸ਼ਿਪ ਦੇਖੀਏ ਤਾਂ ਇਹਦੇ ਵਿੱਚ ਜਿਹੜੀ EMF ਕੀ ਹੈ 90 ਡਿਗਰੀ, sin ωt -90 ਡਿਗਰੀ ਹੈ, ਮੀਨਸ EMF ਕੀ ਕਰ ਰਹੀ ਹੈ ਲੈਗ ਕਰ ਰਹੀ ਹੈ ਫਲਕਸ ਬਾਏ 90 ਡਿਗਰੀ। ਸੋ ਇਹਨਾਂ ਦੋਨਾਂ ਇਕੁਏਸ਼ਨਾਂ ਤੋਂ, ਇਸ ਇਕੁਏਸ਼ਨ ਤੋਂ, ਦਿਸ ਇਕੁਏਸ਼ਨ ਐਂਡ ਦਿਸ ਇਕੁਏਸ਼ਨ, ਆਹ ਵਾਲੀ ਇਕੁਏਸ਼ਨ, ਇਹ ਦੋ ਇਕੁਏਸ਼ਨਾਂ ਤੋਂ ਅਸੀਂ ਇਹਨਾਂ ਨੂੰ ਕੰਪੇਅਰ ਕੀਤਾ, ਇਹਨਾਂ ਦਾ ਐਂਗਲ ਕੰਪੇਅਰ ਕਰਨ ਦੇ ਨਾਲ ਸਾਨੂੰ ਪਤਾ ਲੱਗਿਆ ਜਿਹੜਾ ਫਲਕਸ ਕੀ ਹੈ, ਫਲਕਸ ਦੇ ਲੈਗ ਕਰਦੀ ਹੈ EMF E1/90 ਡਿਗਰੀ। ਇਹ ਅੱਗੇ ਅਸੀਂ ਜਿਹੜੀਆਂ ਟਰਾਂਸਫਾਰਮਰ ਦੀਆਂ ਫੇਜ਼ਰ ਡਾਇਗਰਾਮ ਅਸੀਂ ਡਰਾ ਕਰਾਂਗੇ ਉਸ ਵੇਲੇ ਸਾਨੂੰ ਇਹਦੀ ਜ਼ਰੂਰਤ ਪਵੇਗੀ।